ਪਿਆਰੇ ਕਿਸਾਨ ਵੀਰੋ ਤੇ ਭੈਣੋ, ਖੇਤੀ ਦੇ ਵਿੱਚ ਜਦੋਂ ਅਸੀਂ ਕਿਸੇ ਵੀ ਸੁਧਾਰ ਦੀ ਗੱਲ ਕਰਨੇ ਆ ਤੇ ਤਕਨੀਕਾਂ ਦਾ ਆਪਣਾ ਇੱਕ ਰੋਲ ਹੈਗਾ, ਪਰ ਤਕਨੀਕਾਂ ਦੇ ਨਾਲ ਸਹੂਲਤਾਂ ਔਰ ਐਸੇ ਹਾਲਾਤ ਬਣਾਉਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਜਿਨ੍ਹਾਂ ਦੇ ਜ਼ਰੀਏ ਸਾਡੀ ਖੇਤੀ ਜਿਹੜੀ ਹੈ ਇਹਦੀ ਤਰੱਕੀ ਹੋਵੇ। ਇਸ ਵਕਤ ਸਾਡੇ ਸੂਬੇ 'ਚ ਕਾਫੀ ਸਕੀਮਾਂ ਚੱਲਣ ਰਹੀਆਂ। ਅੱਜ ਅਸੀਂ ਵਿਸਥਾਰ ਤੇ ਗੱਲ ਕਰਾਂਗੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ। ਇਹ ਯੋਜਨਾ ਵੀ ਪੰਜਾਬ ਸੂਬੇ 'ਚ ਲਾਗੂ ਹੋਈ ਏ। ਕਿਸਾਨਾਂ ਦੇ ਮਾਣ ਧਨ ਵਾਸਤੇ ਸਰਕਾਰ ਵੱਲੋਂ ਕੁਝ ਮਾਣ ਧਨ ਵਜੋਂ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾਏ ਜਾਂਦੇ ਆ। ਸੋ ਇਹ ਤੇ ਕੰਮ ਚੱਲਣ ਡਿਆ, ਲੇਕਿਨ ਨਾਲ ਦੇ ਨਾਲ ਖੇਤੀ ਦਾ ਵਿਕਾਸ ਵੀ ਜ਼ਰੂਰੀ ਹੈ। ਉਸ ਪੱਖੋਂ ਸਾਡੀਆਂ ਫਸਲਾਂ ਵੀ ਚੱਲਣ ਡਈਆਂ, ਖੇਤੀ ਦੇ ਵਿੱਚ ਸੁਧਾਰ ਦੀ ਗੱਲ ਵੀ ਹੋਣ ਡਈ ਹੈ। ਇਹ ਸਾਰੀਆਂ ਗੱਲਾਂ ਅੱਜ ਆਪਾਂ ਆਏ ਹਾਂ ਪਿੰਡ ਬਹਿਰਾਮ ਸ੍ਰਿਸ਼ਟਾ। ਇਹ ਬਲਾਕ ਭੋਗਪੁਰ ਦਾ ਇੱਕ ਪਿੰਡ ਹੈ। ਇਸ ਇਲਾਕੇ ਦੇ ਬਲਾਕ ਖੇਤੀਬਾੜੀ ਅਫਸਰ ਡਾਕਟਰ ਪ੍ਰਵੀਨ ਕੁਮਾਰੀ ਮੇਰੇ ਨਾਲ ਨੇ। ਨਾਲ ਇਲਾਕੇ ਦੇ ਕਿਸਾਨ ਜਿਹੜੇ ਸਰਕਰਦਾ ਕਿਸਾਨ ਨੇ, ਸਹਿਕਾਰੀ ਸਭਾ ਵੀ ਇਸ ਪਿੰਡ 'ਚ ਕੰਮ ਕਰਨ ਡਈ ਏ, ਉਹਦੇ ਸਕੱਤਰ ਸਾਹਿਬਾਨ ਵੀ ਇੱਥੇ ਹੈਗੇ ਨੇ। ਉਹ ਸਾਰਿਆਂ ਨਾਲ ਆਪਾਂ ਗੱਲਾਂ ਕਰਾਂਗੇ ਔਰ ਖਾਸ ਤੌਰ 'ਤੇ ਅਸੀਂ ਜ਼ਿਕਰ ਕਰਨਾ ਚਾਹਾਂਗੇ ਇਸ ਸਕੀਮ ਦਾ। ਮੈਡਮ ਪ੍ਰਵੀਨ ਕੁਮਾਰੀ ਜੀ, ਜਿਹੜੀ ਇਹ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਜਾਂ ਕਿਸਾਨ ਮਾਣ ਧਨ ਯੋਜਨਾ ਜਿਹੜੀ ਹੈਗੀ ਏ, ਇਹਦਾ ਰੰਗ ਰੂਪ ਤੁਹਾਡੇ ਇਲਾਕੇ 'ਚ ਕਿਸਾਨਾਂ ਨੇ ਕਿੰਨੇ ਕੁ ਕਿਸਾਨਾਂ ਨੇ ਇਸ ਸਿਸਟਮ ਨਾਲ ਆਪਣੇ ਆਪ ਨੂੰ ਜੋੜਿਆ ਤੇ ਕਿਸਾਨਾਂ ਦੇ ਖਾਤੇ 'ਚ ਪੈਸੇ ਆਉਣ ਡੇ ਆ? ਬਹੁਤ ਸਾਰੇ ਕਿਸਾਨ ਵੀਰ ਜਿਹੜੇ ਆ ਆਪਣੇ ਇਸ ਕਿਸਾਨ ਪ੍ਰਧਾਨ ਮੰਤਰੀ ਜਿਹੜੀ ਸਹਾਇਤਾ ਮਿਲਦੀ ਹੈਗੀ ਆ ਕਿਸਾਨਾਂ ਨੂੰ, ਉਹਦੇ ਵਾਸਤੇ ਦਫ਼ਤਰ ਵਿੱਚ ਅਕਸਰ ਆਉਂਦੇ ਹਨ ਕਿ ਬਹੁਤੇ ਸਾਰੇ ਕਿਸਾਨ ਜਿਹੜੇ ਉਹਨਾਂ ਨੂੰ ਪਿਛਲੇ ਟਾਈਮ ਤੋਂ ਕਿਸ਼ਤਾਂ ਨਹੀਂ ਆ ਰਹੀਆਂ। ਉਹਨਾਂ ਦਾ ਕੀ ਕਾਰਨ ਆ? ਉਹਦੀ ਕੋਈ ਸਾਈਟ ਨਹੀਂ ਚੱਲਦੀ ਹੈਗੀ, ਇਸ ਕਰਕੇ ਸਾਨੂੰ ਨਾ ਕਿਸਾਨਾਂ ਦਾ ਜਵਾਬ ਦੇਣੇ ਔਖੇ ਹੋ ਜਾਂਦੇ ਸੀਗੇ। ਲੇਕਿਨ ਇਹ ਸਰਕਾਰ ਵੱਲੋਂ ਜੋ ਵੀ ਕੇਂਦਰ ਦੀ ਸਰਕਾਰ ਹੈ, ਉਹਨਾਂ ਨੇ ਕਿਸਾਨਾਂ ਨੂੰ ਵੀ ਖੇਤੀ ਜਿਹੜੀ ਇੱਕ ਇਹੋ ਜਿਹਾ ਧੰਦਾ ਆ ਜਿਹਦੇ ਵਿੱਚ ਕਈ ਵਾਰੀ ਘਾਟਾ ਵਾਧਾ ਚੱਲਦਾ ਹੈ। ਇਸ ਕਰਕੇ ਉਹਨਾਂ ਦਾ ਵਿੱਤੀ ਜਿਹੜਾ ਹੈਗਾ ਘਾਟਾ ਪੂਰਾ ਕਰਨ ਲਈ ਥੋੜਾ ਪੈਸਾ ਉਹਨਾਂ ਨੂੰ ਦਿੱਤਾ ਆ, ਤਾਂ ਕਿ ਉਹ ਥੋੜਾ ਜਿਹਾ ਮੋਰਲੀ ਬੂਸਟ ਅਪ ਰਹਿਣ ਕਿ ਸਰਕਾਰ ਸਾਡੇ ਵਾਸਤੇ ਕੁਝ ਸੋਚਦੀ ਹੈ। ਇਸ ਤਰ੍ਹਾਂ ਕਰਕੇ ਉਹ ਮਾਣ ਭੱਤਾ ਇਹਨਾਂ ਨੂੰ ਦਿੰਦੇ ਹੈਗੇ ਆ। ਕੁਝ ਸਮੇਂ ਤੋਂ ਨਹੀਂ ਆ ਰਿਹਾ ਸੀ, ਇਹਦੇ ਕਰਕੇ ਕਿਸਾਨ ਚਿੰਤਤ ਵੀ ਸੀਗੇ, ਕਈ ਸਵਾਲ ਵੀ ਉੱਠਦੇ ਸੀਗੇ। ਚਲੋ ਹੁਣ ਵੀ ਇਸ ਸਕੀਮ ਦੇ ਬਾਰੇ ਜਿਸ ਤਰ੍ਹਾਂ ਕਿਹਾ ਹੈਗਾ ਕਿ ਸਰਕਾਰ ਨੇ ਦੁਬਾਰਾ ਜਿਹੜੀਆਂ ਬਾਕੀ ਕਿਸ਼ਤਾਂ ਦੇਣੀਆਂ ਹੈਗੀਆਂ, ਉਹਦੇ ਵਾਸਤੇ ਕਿਸਾਨਾਂ ਨੂੰ ਆਪਣੇ ਆਧਾਰ ਕਾਰਡ ਜਿਹੜੇ ਆ ਉਹ ਲਿੰਕ ਕਰਨੇ ਪੈਣੇ ਆ EKYC ਦੇ ਨਾਲ। ਅਤੇ ਉਹ ਫਿਰ ਜਦੋਂ ਲਿੰਕ ਹੋ ਜਾਊਗਾ ਆਪਣਾ ਐਫਏ ਤੋਂ ਕਰਾਉਣ ਜਾਂ ਆਪਣੇ ਮੋਬਾਈਲ ਤੋਂ ਕਰਾਉਣ, ਅਤੇ ਉਹਦੇ ਨਾਲ ਹੋਏਗਾ ਕਿ ਇਹਨਾਂ ਦਾ ਜਿਹੜਾ ਆ ਮੋਬਾਈਲ ਜਿਹੜਾ ਇਹਨਾਂ ਨੇ ਪਹਿਲਾਂ ਵੀ ਦਿੱਤਾ ਹੋਏਗਾ, ਉਸ ਜਿਹੜਾ ਰਜਿਸਟਰਡ ਮੋਬਾਈਲ ਨੰਬਰ ਆ ਉਹਦੇ ਉੱਪਰ ਇਹਨਾਂ ਨੂੰ OTP ਆਏਗਾ। ਉਹ OTP ਲਿੰਕ ਕਰਕੇ ਫਿਰ ਇਹਨਾਂ ਦੀ EKYC ਹੋ ਜਾਏਗੀ। ਅੱਗੇ ਤੋਂ ਅਪ੍ਰੈਲ ਤੋਂ ਜਿਹੜੀਆਂ ਕਿਸ਼ਤਾਂ ਮਿਲਣੀਆਂ ਆ ਉਹ ਇਸ ਕੰਮ ਕਰਨ ਤੋਂ ਬਾਅਦ ਹੀ ਹੋਣਗੀਆਂ, ਔਰ 31 ਮਾਰਚ ਤੱਕ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਇਹ ਕਰਵਾ ਲੈਣਾ ਚਾਹੀਦਾ ਹੈ। ਸੋ ਬੜੀ ਚੰਗੀ ਗੱਲ ਏ ਕਿ ਐਸਾ ਉਪਰਾਲਾ ਕੀਤਾ ਗਿਆ ਕਿ ਕਿਸਾਨ ਦਾ ਜਿਹੜਾ ਭਾਵੇਂ ਜੇ ਖੇਤੀ ਖਰਚਿਆਂ ਦੀ ਗੱਲ ਕਰੀਏ, ਖੇਤੀ ਦੇ ਲਾਹੇਵੰਦੇ ਦੀ ਗੱਲ ਕਰੀਏ ਤੇ ਬੜਾ ਔਖਾ ਕੰਮ ਹੈ। ਔਰ ਅੱਜ ਦੀ ਖੇਤੀ ਜਿਹੜੀ ਹੈ ਉਹ ਇੰਨੀ ਲਾਹੇਵੰਦੀ ਆਪਾਂ ਨੂੰ ਜਾਪਣ ਨਹੀਂ ਡਈ। ਕਿਸਾਨ ਹਮੇਸ਼ਾ ਖੇਤੀ ਖਰਚੇ ਬੜੇ ਵੱਧਦੇ ਪਏ ਆ, ਕੁਦਰਤੀ ਵਸੀਲੇ ਘਟਣ ਡੇ ਆ, ਸਮੱਸਿਆਵਾਂ ਅਣਗਿਣਤ ਹੈਗੀਆਂ। ਲੇਕਿਨ ਇਹਨਾਂ ਸਮੱਸਿਆਵਾਂ ਦੇ ਵਿੱਚ ਜੇ ਥੋੜ੍ਹੀ ਜਿਹੀ ਹੈਲਪ ਅਗਰ ਹੋਣ ਡਈ ਏ ਤੇ ਉਹ ਆਪਾਂ ਨੂੰ ਲੈ ਲੈਣੀ ਚਾਹੀਦੀ ਏ। ਅਤੇ ਜਿੱਥੇ ਤੁਸੀਂ ਕਿਹਾ ਕਿ EKYC ਕਰਾਉਣ ਦੀ ਜ਼ਰੂਰਤ ਹੈਗੀ ਏ, ਆਧਾਰ ਦੇ ਨਾਲ ਲਿੰਕ ਕਰਨ ਦੀ ਲੋੜ ਹੈਗੀ ਏ, ਇਹ ਕਿਹੜਾ ਪੋਰਟਲ ਹੈਗਾ ਔਰ ਕਿਸਾਨ ਕਿਵੇਂ ਉਸ ਪੋਰਟਲ ਦੇ ਉੱਤੇ ਆਪਣੇ ਆਪ ਨੂੰ ਜੋੜ ਸਕਦੇ ਹੋ? ਤੁਸੀਂ ਕਿਹਾ 31 ਮਾਰਚ ਜਿਹੜੀ ਲਾਸਟ ਡੇਟ ਹੈਗੀ। ਹਾਂਜੀ, ਉਹ ਨਾ ਪੋਰਟਲ ਅਸੀਂ ਜਿਹੜੇ ਸੈਕਟਰੀ ਸਾਹਿਬ ਹੈਗੇ ਸੁਸਾਇਟੀ ਵਿੱਚ ਨੋਟ ਕਰਵਾ ਦਾਂਗੇ। ਉਹ ਸੈਕਟਰੀ ਸਾਹਿਬ ਖੁਦ ਵੀ ਕਰ ਲੈਣਗੇ ਜਾਂ ਕਿਸਾਨ ਵੀਰ ਆਪ ਵੀ ਸਾਈਟ ਖੋਲ੍ਹ ਕੇ ਕਰ ਸਕਦੇ ਨੇ। ਉਹ ਮਤਲਬ pm-kisan.gov.in ਹੈਗਾ ਪੋਰਟਲ, ਉਹਦੇ 'ਤੇ ਆਪਾਂ ਇਹਨਾਂ ਨੂੰ ਲਿਖ ਕੇ ਵੀ ਦੇ ਜਾਂਦੇ ਹੈਗੇ। ਹਰ ਪਿੰਡ ਦੇ ਵਿੱਚ ਆਪਾਂ ਇੱਕ ਗਰੁੱਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬਣਾਵਾਂਗੇ ਫਾਰਮਰਸ ਦਾ। ਉਹ ਇਹੋ ਜਿਹੀਆਂ ਚੀਜ਼ਾਂ ਅਸੀਂ ਉਹਨਾਂ 'ਤੇ ਪਾ ਦਿਆ ਕਰਾਂਗੇ ਜਿਹੜੀ ਵੀ ਕੋਈ। ਬਿਲਕੁਲ ਜੀ, ਬਿਲਕੁਲ। ਮੈਂ ਸਮਝਦਾ ਕਿ ਇਹ ਜਿਹੜਾ PM ਕਿਸਾਨ ਦਾ ਪੋਰਟਲ ਹੈ, ਉਸ ਪੋਰਟਲ ਦੇ ਜ਼ਰੀਏ ਕਿਸਾਨ ਬੜੇ ਸੌਖੇ ਢੰਗ ਨਾਲ ਮੈਨੂੰ ਲੱਗਦਾ ਇਹ ਕੰਮ ਕਰ ਸਕਦਾ, ਖੁਦ ਵੀ ਕਰ ਸਕਦਾ, ਔਰ ਸਹਿਕਾਰੀ ਸਭਾਵਾਂ ਦੇ ਜ਼ਰੀਏ ਵੀ ਉਪਰਾਲਾ ਕੀਤਾ ਜਾ ਸਕਦਾ। ਸਹਿਕਾਰੀ ਸਭਾ ਦੇ ਸਕੱਤਰ ਸਾਹਿਬ ਵੀ ਇੱਥੇ ਆਪਣੇ ਨਾਲ ਮੌਜੂਦ ਨੇ। ਕੀ ਨਾਂ ਜੀ ਆਪਣਾ? ਰਵਿੰਦਰ ਸਿੰਘ ਜੀ। ਅੱਛਾ, ਅਤੇ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਇਹ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਜਿਹਨੂੰ ਕਿਸਾਨ ਮਾਣ ਧਨ ਯੋਜਨਾ ਵੀ ਕਹਿੰਦੇ ਨੇ, ਇਹਦੇ 'ਚ ਤੁਸੀਂ ਕਿੰਨੇ ਕੁ ਕਿਸਾਨਾਂ ਦੇ ਅਪਲੋਡ ਕੀਤੇ ਸੀਗੇ ਡਿਟੇਲ? ਕਿੰਨੇ ਕੁ ਕਿਸਾਨ, ਕਾਫੀ ਕਿਸਾਨ ਜੁੜੇ ਸੀ ਇਸ ਨਾਲ? ਕਾਫੀ ਕਿਸਾਨ ਜੁੜੇ ਸੀ, 550-600 ਕਿਸਾਨ ਸਾਡੇ ਨਾਲ ਜੁੜੇ ਸੀਗੇ ਅਤੇ ਸਾਰੇ ਤਕਰੀਬਨ ਕਾਫੀ ਜਣਿਆਂ ਦੇ ਪੈਸੇ ਆ ਰਹੇ ਸੀਗੇ ਅਤੇ ਥੋੜ੍ਹਿਆਂ ਦਾ ਕੇਸ ਸੀਗਾ, ਉਹਨਾਂ ਖੇਤੀਬਾੜੀ ਦਫ਼ਤਰ ਭੋਪਰ ਭੇਜਿਆ ਅਤੇ ਉੱਥੇ ਵੀ ਸੋਲਵ ਹੋ ਗਿਆ ਜੀ। ਅੱਛਾ, ਅਤੇ ਆਮ ਤੌਰ 'ਤੇ ਕਿਸਾਨ ਜਿਹੜਾ ਹੈ ਉਹ ਇਹੋ ਹੀ ਸੋਚਦਾ ਹੈ ਕਿ ਕਿਸਾਨਾਂ ਨਾਲ ਵੀ ਗੱਲਾਂ ਕਰਾਂਗੇ ਕਿ ਮਾਇਆ ਘੱਟ ਆਉਂਦੀ ਹੈ। ਹਾਂਜੀ, 2000 ਰੁਪਈਆ ਤਾਂ ਕੁਛ ਵੀ ਨਹੀਂ, ਸਾਲ ਦਾ 6000 ਬਣਦਾ। ਡੀਜ਼ਲ ਦਾ ਰੇਟ ਅਤੇ ਖਾਦਾਂ ਦੇ ਰੇਟ ਦੇਖੋ ਕਿਤੇ, ਦਵਾਈ ਇਹ ਤੋਂ ਵੀ ਕੋਸਟਲੀ ਹੋ ਰਹੀ ਆ, ਔਖਾ ਆ। ਅੱਛਾ, ਹੁਣ ਜਿਹੜੀ ਮੈਡਮ ਨੇ ਕਿਹਾ ਕਿ EKYC ਦਾ ਉਪਰਾਲਾ ਕਰਨਾ ਹੈ, ਇਹਦੇ ਬਾਰੇ ਤੁਸੀਂ ਆਪਣੇ ਪਿੰਡ ਦੇ ਕਿਸਾਨਾਂ ਦੀ ਮਦਦ ਕਰੋਗੇ? ਬਿਲਕੁਲ ਬਿਲਕੁਲ ਕਰਾਂਗੇ ਜੀ।
ਸੁਸਾਇਟੀ ਦੇ ਗਰੁੱਪ ਬਣੇ ਆ, ਅਸੀਂ ਉਹਨਾਂ ਦੇ ਫਿਰ ਰਾਹੀਂ ਵੀ ਦੱਸਾਂਗੇ, ਤੇ ਹੋਰ ਵੀ ਸਾਡੇ ਕੋਲ ਮੈਂਬਰ ਆਉਂਦੇ ਹੀ ਰਹਿੰਦੇ ਆ, ਘਰ ਆਵਾਂਗੇ ਆ ਜਦੋਂ ਮਰਜ਼ੀ ਆਉਣਗੇ ਇੱਥੇ ਕਰਾਂਗੇ। ਅੱਛਾ, ਤੁਹਾਡੇ ਕੋਲ ਜੇ ਆਪਾਂ ਸੁਸਾਇਟੀ ਦੀ ਗੱਲ ਕਰੀਏ ਤੇ ਇਸ ਸਭਾ 'ਚ ਕਿਹੜੀ-ਕਿਹੜੀਆਂ ਸਹੂਲਤਾਂ ਉਪਲਬਧ ਹੈਗੀਆਂ? ਜੇ ਆਪਾਂ ਤੁਸੀਂ ਕਿਸਾਨਾਂ ਦੀਆਂ ਸੇਵਾਵਾਂ ਵੀ ਕਰ ਰਹੇ ਹੋ, ਮੈਂ ਦੇਖਿਆ ਸੀ ਮਸ਼ੀਨਾਂ ਵੀ ਤੁਹਾਡੇ ਕੋਲ ਬਥੇਰੀਆਂ ਪਈਆਂ ਹੋਈਆਂ, ਕਿਹੜੀ-ਕਿਹੜੀ ਮਸ਼ੀਨਾਂ ਆਪਣੇ ਕੋਲ ਹੈਗੀਆਂ? ਸੁਪਰ ਸੀਡਰ, ਰੂਟਾਵੇਟਰ, ਹੈਪੀ ਸੀਡਰ, ਤੇ ਜੋ ਵੀ ਕੋਈ ਜਿੰਦੇ ਜੁੰਦੇ ਸਭ ਕੁਝ ਸਾਡੇ ਕੋਲ ਪਿਆ ਹੈ। ਪਲਾਓ ਵੀ ਪਏ। ਪਲਾਓ ਵੀ ਪਏ ਨੇ ਤੇ ਸੁਪਰ ਸੀਡਰ ਕਾਫੀ ਪ੍ਰਚਲਿਤ ਹੋਇਆ ਯਾਰ ਕੀ, ਔਰ ਕਾਫੀ ਲੋਕਾਂ ਨੇ ਸੁਪਰ ਸੀਡਰ ਦੇ ਜ਼ਰੀਏ ਕਣਕ ਦੀ ਕਾਸ਼ਤ ਤੇ ਬਿਜਾਈ ਕੀਤੀ ਹੈ, ਔਰ ਕਿੰਨਾ ਕੁ ਇਹਦਾ ਜੇ ਆਪਾਂ ਸਕਸੈਸ ਰੇਟ ਕਰੀ ਦੀ ਗੱਲ ਕਰੀਏ, ਫਾਇਦਾ ਕਿੰਨਾ ਕੁ ਹੈਗਾ? ਸਕਸੈਸ ਤਾਂ ਠੀਕ ਹੈ, ਜੰਮਣ ਵਧੀਆ ਹੋਏ ਸੀ, ਜੰਮਣ ਸ਼ਕਤੀ ਵੀ ਠੀਕ ਸੀ, ਪਰ ਬਾਕੀ ਹੁਣ ਪਤਾ ਲੱਗੂ ਫਸਲ ਦੇ ਝਾੜ 'ਤੇ ਹੀ। ਬਿਲਕੁਲ ਜੀ, ਇਹ ਤੇ ਹੈ ਹੀ ਹੈ ਕਿ ਆਪਾਂ ਕੋਸ਼ਿਸ਼ ਕਰਨੇ ਆ, ਲੇਕਿਨ ਕੋਸ਼ਿਸ਼ ਜਦੋਂ ਆਪਾਂ ਨੂੰ ਰਿਜ਼ਲਟ ਮਿਲਦਾ ਫਿਰ ਪਤਾ ਲੱਗਦਾ ਕਿ ਵਾਕਈ ਆਪਾਂ ਇਹਦਾ ਫਾਇਦਾ ਕਿੰਨਾ ਕੁ ਇਹਦਾ ਹੋਇਆ ਹੈ। ਖਾਲਸਾ ਜੀ ਆਓ ਲਾਗੇ ਇੱਧਰ। ਕੀ ਆਪਣਾ ਸ਼ੁਭ ਨਾਮ ਜੀ? ਸੁਖਪਾਲ ਸਿੰਘ ਹੈ ਜੀ। ਅੱਛਾ, ਇਸੇ ਪਿੰਡ ਦੇ ਵਾਸੀ ਤੁਸੀਂ? ਹਾਂਜੀ, ਇਸ ਪਿੰਡ ਦੇ। ਕਿੰਨੀ ਕੁ ਪੈਲੀ ਆਪਣੀ? ਆਪਣੇ ਕੋਲ 11 ਖੇਤ ਵਗਦੇ ਆ ਜੀ। ਅੱਛਾ, ਹਾਂਜੀ। ਤੇ ਕੀ ਬੀਜਿਆ ਜੀ? ਆਪਣੇ ਕੋਲ ਗੰਨਾ ਵੀ ਆ ਜੀ, ਕਣਕ ਵੀ ਆ, ਝੋਨੇ ਦੀ ਵੀ, ਕਣਕ ਤੋਂ ਬਾਅਦ ਝੋਨੇ ਦੀ ਵੀ ਕਾਸ਼ਤ ਕਰੀ ਦੀ ਆ। ਅੱਛਾ ਅੱਛਾ। ਹਾਂਜੀ। ਤੇ ਇਸ ਵਕਤ ਕਣਕ ਹੈ ਹਾਂਜੀ ਤੇ ਗੰਨਾ, ਤੇ ਕਣਕ ਦੀ ਫਸਲ ਤੇ ਕੋਈ ਸਮੱਸਿਆ ਕੋਈ ਕਿਦਾਂ ਦੀ ਨਜ਼ਰ ਆਉਂਦੀ ਤੁਹਾਨੂੰ? ਸਮੱਸਿਆ ਇਦਾਂ ਜੀ ਵੀ ਤੇਲੇ ਦੀ ਪ੍ਰੋਬਲਮ ਆਈ ਸੀਗੀ, ਉਹਦੀ ਸਪਰੇਅ ਅਸੀਂ ਕਰਤੀ ਆ। ਐਤਕੀ ਜਿਹੜੀ ਕੁੰਗੀ ਦੀ ਜਿਹੜੀ ਬਲਾਈਟ ਦੀ ਸੀ ਉਹ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਗਰਮੀ ਛੇਤੀ ਆ ਗਈ ਆ, ਉਹਨਾਂ ਝਾੜ ਤੇ ਵੀ ਫਰਕ ਪੈਣਾ, ਗਰਮੀ ਆਉਣ ਨਾਲ ਝਾੜ ਘਟਣ ਦੇ ਚਾਂਸ ਜ਼ਿਆਦਾ ਆ ਜੀ। ਸੋ ਗੱਲ ਇਹ ਹੈ ਕਿ ਕਣਕ ਦੀ ਫਸਲ ਜਿਹੜੀ ਏ ਉਹ ਕਿਸਾਨ ਦੀ ਚੰਗੀ ਨਜ਼ਰ ਆਉਣ ਤੇ ਡਈ ਏ, ਲੇਕਿਨ ਤੇਲੇ ਦੀ ਕਿਤੇ ਨਾ ਕਿਤੇ ਸਮੱਸਿਆ ਜਿਹੜੀ ਏ ਉਹ ਕਿਸਾਨ ਨੂੰ ਨਜ਼ਰ ਆਉਣ ਡਈ। ਔਰ ਮੈਂ ਸਮਝਦਾ ਕਿ ਮੌਸਮ ਦੇ ਲਿਹਾਜ਼ ਨਾਲ ਜੇ ਗੱਲ ਕਰੀਏ, ਡਾਕਟਰ ਪ੍ਰਵੀਨ ਜੀ, ਇਸ ਵਕਤ ਜੇ ਅਸੀਂ ਝਾਤ ਮਾਰੀਏ ਤੇ ਕਿਤੇ ਨਾ ਕਿਤੇ ਤੇਲੇ ਦੀ ਸ਼ਿਕਾਇਤ ਕਿਸਾਨ ਜਿਹੜਾ ਉਹ ਦੱਸਣ ਡਿਆ, ਉਸ ਪੱਖੋਂ ਕਿਸਾਨ ਨੂੰ ਕੀ ਕਰਨਾ ਚਾਹੀਦਾ? ਤੁਸੀਂ ਮਾਹਿਰ ਹੋ। ਕਣਕ ਦੇ ਉੱਪਰ ਜਿਸ ਤਰ੍ਹਾਂ ਤੇਲੇ ਦਾ ਜੇ ਆਪਾਂ ਮਤਲਬ ਬਹੁਤਾ ਅਟੈਕ ਨਹੀਂ ਹੈਗਾ, ਆਪਾਂ ਨੂੰ ਇਹ ਕਿਤੇ ਕਿਤੋਂ ਇੱਕ ਉਹਦਾ ਸਿੱਟਾ ਲੈ ਕੇ ਝਾੜ ਕਰ ਲਓ, ਅਗਰ ਝਾੜ ਕੇ 5 ਸਾਨੂੰ ਐਫਿਡ ਨਜ਼ਰ ਆਊਗੇ ਤਾਂ ਹੀ ਅਸੀਂ ਉਹਦੇ ਤੇ ਸਪਰੇਅ ਕਰਨੀ ਹੈਗੀ ਹੈ। ਤੇ ਉਹਦੇ ਵਾਸਤੇ ਯੂਨੀਵਰਸਿਟੀ ਦਾ ਵੀ ਇੱਕ ਰਿਕਮੈਂਡਡ ਨੀਮ ਘੋਲ ਹੈਗਾ ਆ ਕਿ ਨਿੰਮ ਦੀਆਂ ਕਰੂਮਲਾਂ ਲੈ ਲਓ, ਪੱਤੇ ਲੈ ਲਓ, ਉਹਨਾਂ ਨੂੰ ਘੋਲ ਲਓ ਤੇ ਫਿਰ ਉਹਨਾਂ ਦੀ 2 ਲੀਟਰ ਦੀ ਸਪਰੇਅ 4 ਕਿਲੋ ਲੈਣੇ, ਉਹਨਾਂ ਨੂੰ ਘੋਲ ਕੇ ਰੱਖ ਲੈਣਾ ਹੈਗਾ ਆ। ਤਾਂ ਫਿਰ ਜਦੋਂ ਕੁਝ ਟਾਈਮ ਬਾਅਦ ਉਹਦਾ ਜਿਹੜਾ ਘੋਲ ਹੋਏਗਾ ਉਹਨੂੰ ਤੁਸੀਂ 2 ਲੀਟਰ ਨੂੰ ਸਪਰੇਅ ਕਰਨਾ ਹੈਗਾ। ਤੇ ਇਹ ਤਾਂ ਹੈਗਾ ਆਪਣਾ ਕੁਦਰਤੀ ਤਰੀਕਾ ਜਿਹਾ। ਅਦਰਵਾਈਜ਼ ਹੋਰ ਸਪਰੇਆਂ ਆ ਰੋਗਰ ਵਗੈਰਾ ਉਹ ਕਰਦੇ ਹੈਗੇ ਆ 400 ml ਪਾ ਕੇ ਕਣਕ ਤੇ, ਇਸ ਤਰ੍ਹਾਂ ਸਰੋਂ ਤੇ ਵੀ ਆ 400 ml ਰੋਗਰ ਦੀ ਸਪਰੇਅ ਕਰ ਸਕਦੇ ਹੈਗੇ ਆ ਤੇ 100 ਲੀਟਰ ਪਾਣੀ ਦੇ ਵਿੱਚ ਪਰ ਏਕੜ ਦੇ ਹਿਸਾਬ ਨਾਲ। ਲੇਕਿਨ ਜਿਸ ਤਰ੍ਹਾਂ ਮੌਸਮ ਹੈਗਾ ਆ, ਮੌਸਮ ਨੇ ਕਾਫੀ ਕੰਟਰੋਲ ਕਰ ਦਿੱਤਾ ਇਸ ਬਿਮਾਰੀ ਨੂੰ, ਮਤਲਬ ਬਿਨਾਂ ਸੋਚੇ ਸਮਝੇ ਸਪਰੇਅ ਨਹੀਂ ਕਰਨੀ ਹੈਗੀ ਤਾਂ ਕਿ ਸਾਡੀ ਫਸਲ ਨਾ ਖਰਾਬ ਹੋ ਜਾਵੇ ਸਪਰੇਅ ਦੇ ਨਾਲ। ਸੋ ਕਣਕ ਦੀ ਫਸਲ ਤੇ ਸਪਰੇਅ ਕਰਨ ਤੋਂ ਪਹਿਲਾਂ ਆਪਾਂ ਨੂੰ ਦੇਖਣਾ ਚਾਹੀਦਾ ਹੈ ਕਿ ਹਮਲਾ ਕਿੰਨਾ ਕੁ ਕੀੜੇ ਦਾ ਹੈਗਾ, ਔਰ ਜਿਸ ਤਰ੍ਹਾਂ ਮੈਡਮ ਨੇ ਕਿਹਾ ਕਿ ਉਹਦੇ ਮੁਤਾਬਕ ਆਪਾਂ ਜੇ ਸਪਰੇਅ ਕਰਾਂਗੇ ਤੇ ਫਿਰ ਸਾਨੂੰ ਫਾਇਦਾ ਰਹੂ। ਕਿ ਮੈਡਮ ਇੱਕ ਅੱਧੇ ਸਪਰੇਅ ਦੇ ਨਾਲ ਮਸਲਾ ਹੱਲ ਹੋ ਜਾਂਦਾ ਹੈ? ਕਿਉਂਕਿ ਇਸ ਵਕਤ ਸਾਡੇ ਕੋਲ ਹੋਰ 15-20 ਦਿਨ ਤੱਕ ਫਸਲ ਜਿਹੜੀ ਹੈ ਪੱਕਣ ਦੇ ਲਾਗੇ ਪਹੁੰਚ ਜਾਣੀ ਹੈ, ਮੁੱਲ ਤਾਂ ਇੱਕ ਦੇ ਕਾਫੀ ਹੈਗੀ ਆ, ਮਤਲਬ ਜ਼ਿਆਦਾ ਸਪਰੇਅ ਕਰਨ ਦਾ ਟਾਈਮ ਨਹੀਂ, ਟਾਈਮ ਨਿਕਲ ਚੁੱਕਾ ਆ ਬੇਸਿਕਲੀ। ਅੱਛਾ ਮੈਡਮ, ਇੱਕ ਗੱਲ ਹੋਰ ਦੱਸੋ ਕਿ ਜਦੋਂ ਅਸੀਂ ਕਿਸਾਨ ਦੀਆਂ ਸੇਵਾਵਾਂ ਦੀ ਗੱਲ ਕਰਨੇ ਆ ਔਰ ਕਿਸਾਨ ਨੂੰ ਅਜਿਹੀਆਂ ਤਕਨੀਕੀ ਲੋੜਾਂ ਦੀ ਜਿਹੜੀ ਪੂਰਤੀ ਦੀ ਗੱਲ ਕਰਨੇ ਆ, ਤੇ ਤੁਹਾਡਾ ਕਿਉਂਕਿ ਹਰ ਪੰਜਾਬ ਦੇ ਹਰ ਇਲਾਕੇ 'ਚ ਬਲਾਕ ਨੇ ਔਰ ਬਲਾਕਾਂ ਦੇ ਜ਼ਰੀਏ ਕਿਸਾਨਾਂ ਤੱਕ ਪਹੁੰਚ ਕੀਤੀ ਜਾਂਦੀ ਹੈ, ਕਿਸਾਨ ਨੂੰ ਜਾਗਰੂਕ ਕਰਨ ਵਾਸਤੇ ਇਹ ਜਿਹੜੇ ਸੋਚਾਂ ਨੇ, ਤਰੀਕੇ ਨੇ, ਢੰਗ ਨੇ, ਕੋਈ ਕਿਸਾਨ ਤੱਕ ਜਾਣਕਾਰੀ ਪਹੁੰਚਾਉਣੀ ਬੜੀ ਜ਼ਰੂਰੀ ਹੈ। ਤੁਸੀਂ ਉਪਰਾਲੇ ਕਿੱਦਾਂ ਦੇ ਕਰਦੇ ਹੋ? ਅਸੀਂ ਦੇਖੋ ਜੀ, ਪਹਿਲਾਂ ਤਾਂ ਜ਼ਿਮੀਂਦਾਰ ਸਾਡੇ ਕੋਲ ਆਉਂਦਾ, ਮਤਲਬ ਉਹਨਾਂ ਨੂੰ ਆਪਾਂ ਬੈਠ ਕੇ ਉਹਨਾਂ ਦੀ ਫਸਲਬਾੜੀ ਬਾਰੇ ਜ਼ਰੂਰ ਪੁੱਛੀਦਾ ਹੈਗਾ ਹੈ, ਕੋਈ ਤਕਲੀਫ ਹੈਗੀ ਆ। ਬਾਕੀ ਫਿਰ ਡਿਪਾਰਟਮੈਂਟ ਵੱਲੋਂ, ਮਹਿਕਮੇ ਵੱਲੋਂ ਜਿੱਦਾਂ ਸਾਨੂੰ ਵਿਲੇਜ ਲੈਵਲ ਦੇ ਕੈਂਪ, ਬਲਾਕ ਲੈਵਲ ਦੇ ਕੈਂਪ ਦੱਸੇ ਹੁੰਦੇ ਹੈਗੇ ਆ, ਤੇ ਉਹ ਆਪਾਂ ਅੱਜ ਕੱਲ੍ਹ ਜਿੱਦਾਂ ਚੱਲਦਾ ਹੀ ਹੈ ਕਿ ਲਗਾਉਣਾ ਹੁੰਦਾ ਹੈ, ਉਹ ਲਗਾਏ ਹੈਗੇ ਜਿਨ੍ਹਾਂ ਪਿੰਡਾਂ ਵਿੱਚ ਨਿਰਧਾਰਿਤ ਕੀਤੇ ਹੋਏ ਸੀਗੇ ਪਿੰਡ, ਉਹ ਆਪਾਂ ਟ੍ਰੇਨਿੰਗ ਟੀਮ ਵੱਲੋਂ ਲਗਾਏ ਗਏ ਹੈਗੇ ਆ। ਬਾਕੀ ਸਮੇਂ-ਸਮੇਂ ਤੇ ਜਿਸ ਤਰ੍ਹਾਂ ਦੀ ਵੀ ਸਾਨੂੰ ਇਨਸਟਰਕਸ਼ਨ ਆਉਂਦੀ, ਉਸ ਹਿਸਾਬ ਨਾਲ ਅਸੀਂ ਜ਼ਿਮੀਂਦਾਰ ਨਾਲ ਰਾਬਤਾ ਕਾਇਮ ਕਰਦੇ ਹਾਂ। ਸੋ ਮੈਂ ਇਸ ਕਰਕੇ ਇਹ ਗੱਲ ਨੂੰ ਨਿਖਾਰਦਾ ਪਿਆ ਕਿ ਸਮੇਂ ਸਿਰ ਕੰਮ ਕੀਤਾ ਉਹਦਾ ਹੀ ਫਾਇਦਾ ਹੈਗਾ। ਆਪਾਂ ਅਗਰ ਦੂਰ ਦੁਰਾਡੇ ਬੈਠੇ ਆ, ਆਪਾਂ ਖੇਤੀ ਮਾਹਿਰ ਦੇ ਨਾਲ ਰਾਬਤਾ ਜ਼ਰੂਰ ਰੱਖੀਏ, ਚਾਹੇ ਆਪਾਂ ਟੈਲੀਫੋਨ ਦੇ ਜ਼ਰੀਏ ਆ ਜਾਈਏ ਜਾਂ ਆਪ ਜਾਈਏ। ਕਈ ਅੱਜ ਕੱਲ੍ਹ ਹਾਲਾਤ ਨੇ ਜਿਨ੍ਹਾਂ ਦੇ ਜ਼ਰੀਏ ਅਸੀਂ ਵਧੀਆ ਢੰਗ ਨਾਲ ਜਾਣਕਾਰੀ ਲੈ ਕੇ ਆਪਣੇ ਵੱਲੋਂ ਨਾ ਸਪਰੇਆਂ ਕਰੀਏ, ਉਹਦੇ ਨਾਲ ਸਾਡਾ। ਇਹਦਾ ਇੱਕ ਹੋਰ ਹੈ ਕਿ ਫਾਰਮਰ ਆਏ ਸੀ ਇੱਧਰੋਂ ਪਿੰਡ ਜਵਾਲਪੁਰ ਤੋਂ, ਨਵਾਂ ਲੜਕੇ ਨੇ, ਪਹਿਲਾਂ ਉਹਨਾਂ ਦੇ ਫਾਦਰ ਕਰਦੇ ਸੀ, ਉਹਨਾਂ ਨੇ ਕੀ ਕੀਤਾ, ਕਣਕ ਤੇ ਇਕੱਠੀਆਂ 3-4 ਸਪਰੇਆਂ ਕਰ ਦਿੱਤੀਆਂ, ਜਿਹਦੇ ਨਾਲ ਉਹਨਾਂ ਦੀ ਸਾਰੀ ਕਣਕ ਖਰਾਬ ਹੋ ਗਈ ਸੀਗੀ। ਤੇ ਸੋਚ ਕੇ ਸਪਰੇਅ ਕਰੋ, ਬਿਨਾਂ ਮਤਲਬ ਡੀਲਰ ਦੇ ਕਹਿਣ ਤੇ ਸਪਰੇਅ ਨਹੀਂ ਕਰਨੀ, ਠੀਕ ਹੈ, ਔਰ ਨਾ YouTube ਤੋਂ ਦੇਖ ਕੇ ਸਪਰੇਅ ਕਰਨੀ ਹੈ।
ਬਿਲਕੁਲ ਜੀ, ਹਰ ਬੰਦੇ ਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਿਉਂਕਿ ਹਰ ਹਾਲਾਤ ਹਰ ਤੇ ਵੱਖਰੇ ਵੱਖਰੇ ਖੇਤ ਦੇ ਹੁੰਦੇ ਨੇ, ਤੇ ਜਦੋਂ ਮਾਹਿਰ ਨਾਲ ਗੱਲ ਕਰਕੇ ਆਪਾਂ ਸਪਰੇਅ ਕਰਨੇ ਆ ਤੇ ਕਈ ਵਾਰੀ ਸਪਰੇਅ ਦੀ ਲੋੜ ਹੀ ਨਹੀਂ ਹੁੰਦੀ। ਜਦ ਤੁਸੀਂ ਕਿਹਾ ਕਿ 5 ਤੇਲੇ ਇੱਕ ਸਿੱਟੇ ਤੇ ਹੋਣ ਤੇ ਫਿਰ ਹੀ ਸਪਰੇਅ ਕਰਨ ਦੀ ਫਾਇਦਾ ਹੈਗਾ, ਨਹੀਂ ਤੇ ਲੋੜ ਹੀ ਨਹੀਂ, ਆਪਣੇ ਆਪ ਹੀ ਕੁਦਰਤੀ ਤੌਰ ਤੇ ਜਿਹੜਾ ਕੰਟਰੋਲ ਜਿਹੜਾ ਹੋ ਜਾਂਦਾ। ਸੋ ਇਸ ਪੱਖੋਂ ਧਿਆਨ ਦੇਣ ਦੀ ਲੋੜ ਹੈਗੀ ਹੈ। ਹਾਂਜੀ ਖਾਲਸਾ ਜੀ, ਕੀ ਨਾਮ ਆਪਣਾ? ਗੁਰਜੀਤ ਸਿੰਘ ਜੀ ਮੇਰਾ ਨਾਮ ਹੈ। ਅੱਛਾ, ਇਸੇ ਪਿੰਡ ਦੇ ਵਾਸੀ ਤੁਸੀਂ? ਜੀ ਬਿਲਕੁਲ ਜੀ। ਤੇ ਗੁਰਜੀਤ ਜੀ, ਕਿੰਨੀ ਖੇਤੀ ਆਪਣੀ? ਮੇਰੇ ਕੋਲ ਖੇਤੀ ਮੈਂ 12-13 ਕਿੱਲੇ ਦੀ ਕਰਦਾ, ਲੇਕਿਨ ਜਿਹੜੀ 2.5 ਕਿੱਲੇ ਪੈੜੀ ਆਪਣੇ ਕੋਲ ਹੈਗੀ ਆ। ਹਾਂਜੀ, 12 ਕਿੱਲੇ ਦੀ ਤੇ ਲੈ ਕੇ ਬਾਕੀ ਪੈੜੀ। ਅੱਛਾ ਅੱਛਾ ਜੀ। ਅੱਛਾ, ਹੁਣ ਜੀ ਅੱਜ ਜਿਸ ਤਰ੍ਹਾਂ ਕਿਸਾਨ ਮਾਨ ਧਨ ਯੋਜਨਾ ਦੀ ਗੱਲ ਹੋਣ ਡਈ ਏ, ਕਿਸਾਨ ਸਨਮਾਨ ਨਿਧੀ ਦੀ ਵੀ ਗੱਲ ਆਪਾਂ ਕਰਦੇ ਪਏ ਆ, ਕਿਉਂਕਿ ਹੈ ਸੇਮ ਹੀ ਇਹ ਨਾਂ ਵੱਖੋ ਵੱਖ ਹੈਗੇ ਨੇ। ਇਹਦੇ 'ਚ ਤੁਹਾਡੇ ਖਾਤੇ 'ਚ ਪੈਸੇ ਆ ਰਹੇ ਆ? ਹਾਂਜੀ, ਆ ਰਹੇ ਆ ਜੀ। ਤੇ ਤੁਸੀਂ ਕੀ ਸਮਝਦੇ ਹੋ ਕਿ ਇਹਦਾ ਤੁਹਾਨੂੰ ਕਿੰਨਾ ਕੁ ਲਾਭ ਹੋਣ ਡਿਆ? ਲਾਭ ਠੀਕ ਠਾਕ ਹੋ ਰਿਹਾ, ਖਰਚੇ ਦੇ ਅਕੋਰਡਿੰਗ ਜੇ ਆਪਾਂ ਗੱਲ ਕਰੀਏ ਤਾਂ 500 ਰੁਪਈਆ ਮਹੀਨਾ ਮਿਲ ਰਿਹਾ ਆਪਾਂ ਨੂੰ, ਹਨਾ। ਇਹ ਕੁਝ ਵੀ ਨਹੀਂ ਹੈਗਾ। ਜੇ ਸਰਕਾਰ ਚਾਹਵੇ ਤਾਂ ਇਹਦੀ ਜਿਹੜੀ ਅਮਾਊਂਟ ਵਧਾ ਦੇਣੀ ਚਾਹੀਦੀ ਹੈ, ਜਾਂ ਜੋ ਜਿਹੜਾ ਗਰੀਬ ਕਿਸਾਨ ਆ ਉਹਨੇ ਦਾ ਫਾਇਦਾ ਮਿਲ ਸਕੇ। ਬਿਲਕੁਲ ਜੀ, ਸਿਆਣੇ ਵੀ ਕਹਿੰਦੇ ਨੇ ਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਕੁਛ ਤੇ ਸਾਡੇ ਖਾਤੇ 'ਚ ਆਉਣ ਡਿਆ, ਪਰ ਇਹ ਗੱਲ ਸਹੀ ਹੈ ਕਿ ਅੱਜ ਦੇ ਹਾਲਾਤ ਦੇ ਮੁਤਾਬਕ ਜਿੰਨੇ ਖੇਤੀ ਖਰਚੇ ਵੱਧ ਗਏ ਨੇ ਜਾਂ ਆਲੇ ਦੁਆਲੇ ਦੇ ਖਰਚੇ ਵਧਣ ਡੇ ਨੇ, ਉਸ ਮੁਤਾਬਕ ਇਹ ਅਮਾਊਂਟ ਕੁਛ ਨਹੀਂ, ਇਹਨੂੰ ਵਧਾਉਣ ਦੀ ਵੀ ਜ਼ਰੂਰਤ ਹੈਗੀ ਹੈ। ਅੱਛਾ, ਹੁਣ ਜਿਸ ਤਰ੍ਹਾਂ ਮੈਡਮ ਦੱਸ ਰਹੇ ਸੀ ਕਿ EKYC ਦਾ ਵੀ ਇੱਕ ਨਵਾਂ ਰੁਝਾਨ ਚੱਲਿਆ, ਔਰ ਸਰਕਾਰ ਕਹਿੰਦੀ 31 ਮਾਰਚ ਤੱਕ ਇਹ ਉਪਰਾਲੇ ਕਰ ਲੈਣੇ ਚਾਹੀਦੇ ਨੇ। ਤੁਸੀਂ ਇਸ ਬਾਰੇ ਕੋਸ਼ਿਸ਼ ਕੀਤੀ ਹੈ, ਕਰੋਗੇ? ਕਦੋਂ ਕਰੋਗੇ? ਕੋਸ਼ਿਸ਼ ਕਰਾਂਗੇ ਜ਼ਰੂਰ। ਜਿਹੜੇ ਕਿਸਾਨ ਰਹਿ ਗਏ ਆ, ਕਾਫੀ ਕਿਸਾਨਾਂ ਨੂੰ ਹਜੇ ਪੈਸੇ ਨਹੀਂ ਮਿਲਦੇ ਪਏ, ਹਨਾ, ਉਹਨਾਂ ਨੂੰ ਵੀ ਦੱਸਾਂਗੇ। ਔਰ ਸੈਕਟਰੀ ਸਾਹਿਬ ਸਾਡੇ ਨੇ ਇੱਥੇ ਜੋ ਵੀ ਇਹਨਾਂ ਕੋਲ ਆਉਂਦੇ ਨੇ ਕਿਸਾਨ, ਔਰ ਉਹਨਾਂ ਦੇ ਕੰਮ ਕਰਦੇ ਨੇ। ਸਾਡੇ ਬਲਾਕ ਤੋਂ ਵੀ ਜਿਹੜੇ ਭੋਪਰ ਖੇਤੀਬਾੜੀ ਦਫ਼ਤਰ, ਉੱਥੇ ਵੀ ਜਿਹੜੀ ਸਮੱਸਿਆ ਦਾ ਹੱਲ ਹੋ ਜਾਂਦਾ ਜੇ ਜਾਂਦੇ ਤਾਂ ਅਸੀਂ। ਪਰ ਥੋੜ੍ਹੀ ਜਿਹੀ ਸਮੱਸਿਆ ਸਾਨੂੰ ਆਉਂਦੀ ਆ ਕਿ ਬਲਾਕ ਦੇ ਵਿੱਚ ਜਿਹੜੀਆਂ ਆਪਣੇ ਮੁਲਾਜ਼ਮ ਨੇ, ਉਹਨਾਂ ਦੀ ਘਾਟ ਜ਼ਰੂਰ ਹੈਗੀ ਆ। ਖੇਤੀਬਾੜੀ ਨਾਲ ਜਿੱਥੇ ਕਿਸਾਨ ਚਾਹੁੰਦਾ ਆ ਕਿ ਉਹਨੂੰ ਸਹੂਲਤ ਮਿਲੇ, ਉਹ ਸਹੂਲਤ ਜਿਹੜੀ ਮੁਹੱਈਆ ਨਹੀਂ ਹੋ ਪਾ ਰਹੀ, ਕਿਉਂਕਿ ਜਿੰਨੇ ਕੁ ਮੁਲਾਜ਼ਮ ਹੈਗੇ ਆ ਉਹਨਾਂ ਦੀਆਂ ਡਿਊਟੀਆਂ ਅਲੱਗ-ਅਲੱਗ ਜਗ੍ਹਾ ਤੇ ਲਾ ਦਿੱਤੀਆਂ ਜਾਂਦੀਆਂ। ਜਦੋਂ ਕਿਸਾਨ ਜਾਂਦਾ ਉੱਥੇ ਕਾਫੀ ਸਮੱਸਿਆ ਇਸ ਗੱਲ ਦੀ ਆਉਂਦੀ ਆ ਕਿ ਮੁਲਾਜ਼ਮਾਂ ਦੀ ਭਰਤੀ ਜ਼ਰੂਰ ਇਸ ਕੰਮ ਦੇ ਵਿੱਚ ਕਰਨੀ ਚਾਹੀਦੀ ਹੈ। ਬਿਲਕੁਲ ਜੀ, ਇਹ ਸਰਕਾਰ ਤੱਕ ਇਹ ਸੁਨੇਹਾ ਜਾਣਾ ਬਣਦਾ ਹੈ ਕਿ ਕਿਉਂਕਿ ਇੱਕ ਬੜਾ ਮਹੱਤਵਪੂਰਨ ਸਾਡਾ ਕਿੱਤਾ ਹੈ ਪੰਜਾਬ, ਖੇਤੀ ਦੇ ਪੱਖੋਂ ਹੀ ਜਾਣਿਆ ਜਾਂਦਾ ਹੈ। ਤੇ ਖੇਤੀ ਦੇ ਜਿਹੜਾ ਸਟਰਕਚਰ ਹੈ ਖੇਤੀ ਮਹਿਕਮੇ ਦਾ, ਔਰ ਕਿਸਾਨਾਂ ਦੀ ਸੇਵਾਵਾਂ ਕਰਨ ਦੇ ਵਿੱਚ ਹੋਰ ਸੁਧਾਰ ਕੀਤਾ ਜਾ ਸਕਦਾ ਨਵੀਂ ਭਰਤੀ ਦੇ ਜ਼ਰੀਏ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਅੱਛਾ, ਹੁਣ ਜੇ ਆਪਾਂ ਖੇਤੀ ਵਾਲੇ ਪਾਸੇ ਝਾਤ ਮਾਰੀਏ ਤੇ ਕਣਕ ਦੀ ਤਰ੍ਹਾਂ ਗੱਲ ਚੱਲਣ ਡਈ ਸੀ, ਕਿੱਦਾਂ ਦੀ ਸਥਿਤੀ ਹੈ ਕਣਕ ਦੀ ਫਸਲ ਦੀ? ਕਣਕ ਦੀ ਫਿਲਹਾਲ ਫਸਲ ਇਸ ਵਾਰ ਠੀਕ ਹੈਗੀ ਆ। ਮੌਸਮ ਦਾ ਚਲੋ ਬਾਰਿਸ਼ਾਂ ਜ਼ਿਆਦਾ ਹੋਈਆਂ, ਜਿੱਥੇ ਜ਼ਿਆਦਾ ਸਿੱਲ ਵਾਲੀਆਂ ਜ਼ਮੀਨਾਂ ਉੱਥੇ ਪ੍ਰੋਬਲਮ ਆਈ ਆ, ਪੀੜੀਆਂ ਹੋਈਆਂ ਕਣਕਾਂ। ਅਦਰਵਾਈਜ਼ ਜਿਹੜੀਆਂ ਉਹ ਠੀਕ ਹੈ ਕਣਕ। ਅੱਛਾ, ਆਪਣੇ ਇੱਕ ਹੋਰ ਰੁਝਾਨ ਜਿਹੜਾ ਮੈਂ ਸੁਣਨ 'ਚ ਆਇਆ ਸੀ ਕਿ ਆਪਣੇ ਪਿੰਡ ਦੇ ਵਿੱਚ ਪਰਾਲੀ ਨੂੰ ਸਾਂਭਣ ਦੇ ਉਪਰਾਲੇ ਬੜੇ ਚੰਗੇ ਢੰਗ ਨਾਲ ਕਰਦੇ ਹੋ ਤੁਸੀਂ, ਕਿ ਕਣਕ ਦੀ ਨਾੜ ਨੂੰ ਅਸੀਂ ਸਾਂਭਦੇ ਹੋ ਕਿ ਉਹਨੂੰ ਅੱਗ ਲਾਉਂਦੇ ਹੋ? ਨਹੀਂ ਜੀ, ਮੈਂ ਤਾਂ ਬਹੁਤ ਸਾਲਾਂ ਤੋਂ ਅੱਗ ਨਹੀਂ ਲਾ ਰਿਹਾ। ਅਸੀਂ ਤਾਂ ਇਸ ਤਰ੍ਹਾਂ ਹੀ ਜਿਹੜੀ ਉਹ ਕਣਕ ਦੀ ਬਿਜਾਈ ਕਰ ਦਿੰਦੇ ਆ, ਤੇ ਜਾਂ ਤੂੜੀ ਬਣਾ ਲਈਦੀ ਆ ਪਹਿਲਾਂ, ਤੇ ਇਸ ਕਰਕੇ ਸਾਨੂੰ ਤਾਂ ਨਹੀਂ ਸਮੱਸਿਆ। ਲੋਕਾਂ ਨੂੰ ਵੀ ਕਹਿੰਦੇ ਕਿ ਅੱਗ ਨਾ ਲਾਓ, ਫਿਰ ਵੀ ਹਰੇਕ ਦਾ ਆਪੋ ਆਪਣਾ ਰੁਝਾਨ ਆ। ਕੋਈ ਕਹਿੰਦਾ ਕਿਸੇ ਨੂੰ ਸੁੰਡੀ ਪੈਂਦੀ ਆ, ਕੋਈ ਕਹਿੰਦਾ ਨਹੀਂ ਪੈਂਦੀ। ਮੈਨੂੰ ਤਾਂ ਲੱਗਦਾ ਕਿ ਚੰਗੀ ਗੱਲ ਆ ਕਿ ਝਾੜ ਵੀ ਵਧੀਆ ਨਿਕਲਦਾ, ਔਰ ਜਿਹੜਾ ਪਾਣੀ ਹੈਗਾ ਆ ਕਣਕ ਨੂੰ ਉਹ ਵੀ ਘੱਟ ਲਾਉਣਾ ਪੈਂਦਾ, ਕਿਉਂਕਿ ਸਿੱਲ ਨੂੰ ਸੰਭਾਲ ਕੇ ਰੱਖਦਾ ਆ। ਬਿਲਕੁਲ ਜੀ, ਔਰ ਪਰਾਲੀ ਜਦੋਂ ਜ਼ਮੀਨ 'ਚ ਵਾਹੁੰਦੇ ਆ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਉਹ ਤਜਰਬੇ ਜਿਹੜੇ ਨੇ ਇਹ ਕਿਸਾਨਾਂ ਦੇ ਆਪਣੇ ਤਜਰਬੇ ਹੈਗੇ ਨੇ ਕਿ ਜਦੋਂ ਅਸੀਂ ਪਰਾਲੀ ਨੂੰ ਜਾਂ ਕਣਕ ਦੀ ਨਾੜ ਨੂੰ ਜ਼ਮੀਨ 'ਚ ਵਾਹ ਕੇ ਅਗਲੀ ਫਸਲ ਦੀ ਕਾਸ਼ ਕਰਨੇ ਆ, ਜ਼ਮੀਨ ਦੀ ਉਪਜਾਊ ਸ਼ਕਤੀ 'ਚ ਵਾਧਾ ਹੁੰਦਾ। ਧੰਨਵਾਦ ਜੀ ਤੁਹਾਡਾ। ਹਾਂਜੀ ਖਾਲਸਾ ਜੀ। ਮੇਰਾ ਨਾਮ ਅਮਨਦੀਪ ਸਿੰਘ, ਪਿੰਡ ਬ੍ਰਾਂਚ ਰਸਤਾ ਜੀ। ਅੱਛਾ, ਇਸੇ ਪਿੰਡ ਦੇ ਵਾਸੀ ਤੁਸੀਂ? ਹਾਂਜੀ ਹਾਂਜੀ। ਤੇ ਕਿੰਨੀ ਕੁ ਖੇਤੀ ਕਰਦੇ ਤੁਸੀਂ ਅਮਰਜੀਤ ਜੀ? ਮੇਰੇ ਕੋਲ 8 ਕਿੱਲੇ ਦੀ ਖੇਤੀ ਹੈ ਜੀ ਆਪਣੀ। ਤੇ ਕਿਹੜੀ ਕਿਹੜੀ ਫਸਲ ਬੀਜਦੇ ਹੋ? ਜ਼ਿਆਦਾ ਮੇਰੇ ਕੋਲ ਗੰਨੇ ਦੀ ਖੇਤੀ ਹੈ ਜੀ ਮੇਰੀ। ਗੰਨੇ ਦੀ? ਹਾਂਜੀ। ਤੇ ਗੰਨਾ ਫਿਰ ਭੋਗਪੁਰ ਲੈ ਕੇ ਜਾਂਦੇ ਹੋ? ਭੋਪਰ ਮਿਲ 'ਚ ਹੀ ਹੈ ਸਾਰਾ, ਇੱਥੇ ਸਿੱਟੀ ਦਾ। ਅੱਜ ਕੱਲ੍ਹ ਤੇ ਗੁੜ ਦਾ ਬੜਾ ਰੁਝਾਨ ਚੱਲਿਆ, ਗੁੜ ਬੜੇ ਬਣਾਉਂਦੇ ਨੇ ਜ਼ਿਮੀਂਦਾਰ। ਬਹੁਤ ਵਧੀਆ ਬਣਦਾ ਜੀ, ਗੰਨੇ ਦਾ ਰੁਝਾਨ ਹੈਗੇ ਆ। ਆਪਣੇ ਇਲਾਕੇ ਤੇ ਗੁੜ ਵੈਸੇ ਹੀ ਬੜਾ ਵਧੀਆ ਬਣਦਾ। ਹਾਂਜੀ, ਸਾਡੇ ਇਲਾਕੇ ਤਾਂ ਵਧੀਆ ਬਣਦਾ ਜੀ। ਤੇ ਇਸ ਪਾਸੇ ਨੂੰ ਤੁਰੇ ਤੁਸੀਂ? ਨਹੀਂ, ਅਸੀਂ ਨਹੀਂ ਇਸ ਲਾਈਨ 'ਚ ਗਏ। ਇਹ ਤਾਂ ਬੰਦੇ ਘਰ ਦੇ ਬੰਦੇ ਹੋਣ ਨਾ ਜ਼ਿਆਦੇ, ਫਿਰ ਕਾਰੋਬਾਰ ਜ਼ਿਆਦਾ ਚੱਲਦਾ ਇਹਦਾ। ਅੱਛਾ, ਤੁਸੀਂ ਆਪਣਾ ਨਾਂ ਰਜਿਸਟਰਡ ਕਰਾਇਆ ਕਿਸਾਨ ਸਨਮਾਨ ਨਿਧੀ? ਨਹੀਂ, ਮੇਰੇ 5 ਏਕੜ ਤੋਂ ਜ਼ਿਆਦਾ ਆ, ਤੇ ਉਹ 'ਚ ਨਹੀਂ ਹੋਇਆ। ਨਹੀਂ, ਹੁਣ ਤੇ ਸਾਰੇ ਫਾਰਮਰ ਕਰ ਸਕਦੇ, ਜ਼ਿਮੀਂਦਾਰ ਕੋਈ ਵੀ ਜ਼ਿਮੀਂਦਾਰ ਹੋਵੇ ਕਰ ਸਕਦਾ। ਨਹੀਂ, ਕਰਾਇਆ ਨਹੀਂ ਅਸੀਂ ਅਜੇ, ਕਰਾ ਲਾਂਗੇ ਫਿਰ। ਤੇ ਇਹ ਤੁਸੀਂ ਕਰਵਾਓ, ਔਰ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਕਿਸਾਨ ਸਨਮਾਨ ਨਿਧੀ ਦਾ ਫਾਇਦਾ ਲੈਣਾ ਤੇ ਉਹਦੇ ਵਾਸਤੇ ਸਾਨੂੰ ਪੋਰਟਲ ਦੇ ਜ਼ਰੀਏ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਪਊ। ਅੱਛਾ, ਖੇਤੀ ਦੇ ਵਿੱਚ ਜੇ ਅੱਜ ਤੁਸੀਂ ਸਮਝਦੇ ਆਪਾਂ ਕਿ ਜਿੱਦਾਂ ਦੇ ਹਾਲਾਤ ਬਣੇ ਆ, ਖੇਤੀ ਖਰਚੇ ਬੜੇ ਵੱਧ ਗਏ ਹੈ, ਇਸ ਪੱਖੋਂ ਕਿਸਾਨ ਵਾਸਤੇ ਕਿੱਦਾਂ ਦੇ ਉਪਰਾਲੇ ਕਰਨ ਦੀ ਜ਼ਰੂਰਤ ਹੈਗੀ ਏ? ਚਾਹੇ ਆਪਾਂ ਸਪਰੇਆਂ ਕਰਨੇ ਆ, ਜਿਸ ਤਰ੍ਹਾਂ ਭਾਜੀ ਨੇ ਗੱਲ ਕੀਤੀ ਸੀ ਕਿ ਸਪਰੇਆਂ ਆਪਣੀ ਮਰਜ਼ੀ ਨਾਲ ਨਹੀਂ ਕਰਨੀਆਂ ਚਾਹੀਦੀਆਂ, ਮੈਡਮ ਨੇ ਵੀ ਗੱਲ ਕੀਤੀ ਸੀਗੀ, ਤੁਸੀਂ ਕੀ ਸਮਝਦੇ ਹੋ? ਬਿਲਕੁਲ ਨਹੀਂ ਜੀ, ਆਪਣੀ ਮਰਜ਼ੀ ਨਾਲ ਬਿਲਕੁਲ ਨਹੀਂ ਕਰਨੀ ਚਾਹੀਦੀ। ਜੇ ਨਹੀਂ ਪਤਾ ਤਾਂ ਪੁੱਛ ਦੱਸ ਕੇ ਕਰਨੀ ਚਾਹੀਦੀ ਹੈ ਮਹਿਕਮੇ ਤੋਂ।
ਬਿਲਕੁਲ ਜੀ। ਹਾਂਜੀ ਸੋ ਤਕਨੀਕੀ ਗਿਆਨ ਹੋਣਾ ਬੜਾ ਜ਼ਰੂਰੀ ਹੈ। ਆਪਣਾ ਸ਼ੁਭ ਨਾਮ ਜੀ? ਪ੍ਰਦੀਪ ਸਿੰਘ ਪਿੰਡ ਬਹਿਰਾਮ ਚਰਿਸਤਾ। ਅੱਛਾ, ਇਸੇ ਪਿੰਡ ਦੇ ਵਾਸੀ ਤੁਸੀਂ? ਅੱਛਾ, ਤੁਹਾਨੂੰ ਤੁਸੀਂ ਕਿਸਾਨ ਸਨਮਾਨ ਨਿਧੀ ਨਾਲ ਜੁੜੇ ਹੋ? ਹਾਂਜੀ ਬਿਲਕੁਲ ਜੁੜੇ ਹਾਂ ਜੀ। ਆਉਂਦੇ ਪੈਸੇ? ਹਾਂਜੀ ਬਿਲਕੁਲ ਆਉਂਦੇ ਜੀ। ਅੱਛਾ, ਵੈਰੀ ਗੁੱਡ। ਕਿੰਨੀ ਪੈਲੀ ਆਪਣੀ? ਪਹਿਲੀ ਵੈਸੇ ਤਾਂ ਆਪਣੀ ਨਾਂ ਤਾਂ ਥੋੜੀ ਆ, ਵੈਸੇ ਖੇਤੀ ਹੈਗੀ 12-13 ਖੇਤ ਦੀ। ਅੱਛਾ, ਹਾਂਜੀ ਤੇ ਖੇਤੀ ਦੇ ਵਿੱਚ ਕਿਹੜੀ ਫਸਲਾਂ ਦੀ ਕਾਸ਼ਤ ਤੁਸੀਂ ਕਰਦੇ ਹੋ? ਕਣਕ ਝੋਨਾ ਤੇ ਗੰਨਾ। ਗੰਨਾ। ਹਾਂਜੀ ਤੇ ਕਣਕ ਦੀ ਜੇ ਗੱਲ ਕਰੀਏ, ਕਿਉਂਕਿ ਮੈਂ ਸਾਰੇ ਕਿਸਾਨਾਂ ਨੂੰ ਇਸ ਕਰਕੇ ਪੁੱਛ ਰਿਹਾ ਕਿਉਂਕਿ ਹਰ ਕਿਸਾਨ ਦੀ ਆਪਣੀ ਆਪਣੀ ਸੋਚ ਹੈ, ਤੇ ਤੁਹਾਡੀ ਜਿਹੜੀ ਸੋਚ ਹੈ ਉਹ ਹੋ ਸਕਦਾ ਕਿ ਸਾਡੇ ਉਹ ਕਿਸਾਨ ਵਾਸਤੇ ਫਾਇਦੇਮੰਦ ਸਾਬਤ ਹੋ ਜਾਵੇ ਜਿਹੜਾ ਕਿਸਾਨ ਕਣਕ ਦੀ ਖੇਤੀ ਕਰਨ ਡਿਆ। ਕੋਈ ਨਾ ਕੋਈ ਸਮੱਸਿਆ ਜਿਹੜੀ ਆਉਣ ਡਈ ਉਹਦੇ ਬਾਰੇ ਗੱਲ ਕਰੋ ਸਾਡੇ ਨਾਲ। ਕਣਕ ਨੂੰ ਉਹੀ ਤੇਲੇ ਦੀ ਸਮੱਸਿਆ ਇਸ ਬਾਰੇ ਆਈ ਆ, ਪੀਲੀ ਕੁੰਗੀ ਦੀ ਤਾਂ ਨਹੀਂ ਆਈ, ਉਹਦੀ ਤੇਲੇ ਦੀ ਅਸੀਂ ਸਪਰੇਅ ਕਰ ਦਿੱਤੀ ਆ। ਕਰ ਦਿੱਤੀ। ਇਹ ਤੁਸੀਂ ਪਹਿਲਾਂ ਦੇਖਿਆ ਕਿੰਨਾ ਕੁ ਤੇਲਾ ਹੈਗਾ ਕਿ ਸਪਰੇਅ ਕਰਤੀ? ਜਦੋਂ ਪਤਾ ਲੱਗਾ ਵੀ ਤੇਲੇ ਦੀ ਸਪਰੇਅ ਗੁਆਂਢੀਆਂ ਨੇ ਕੀਤੀ, ਮੈਂ ਵੀ ਕਰਦੇ ਆ? ਨਹੀਂ ਦੇਖਿਆ ਪਹਿਲਾਂ, ਬਿਲਕੁਲ ਦੇਖਿਆ, ਦੇਖ ਕੇ ਉਹਦੇ ਛਿੱਟੇ ਦੇ ਵਿੱਚ 2% ਸੀਗਾ ਛਿੱਟੇ ਦੇ ਵਿੱਚ, ਉਸ ਦੇ ਅਕੋਰਡਿੰਗ ਕਰ ਦਿੱਤੀ ਆ ਸਪਰੇਅ। ਅੱਛਾ, ਇਹ ਹੁਣ ਠੀਕ ਹੈ ਬਿਲਕੁਲ? ਹਾਂਜੀ ਬਿਲਕੁਲ ਠੀਕ ਆ। ਠੀਕ ਹੈ। ਅੱਛਾ, ਹੁਣ ਜੇ ਅਸੀਂ ਕਣਕ ਦੀ ਗੱਲ ਕਰੀਏ ਤੇ ਅੱਗੋਂ ਝੋਨੇ ਦੀ ਫਸਲ ਦੀ ਵਿਕਾਸ ਕਰਨੀ, ਔਰ ਸਮਾਂ ਜਿਹੜਾ ਬੜਾ ਵਾਢੀ ਤੋਂ ਬਾਅਦ ਸਾਡੇ ਕੋਲ ਮਹੀਨਾ 2 ਮਹੀਨੇ ਦਾ ਸਮਾਂ ਹੁੰਦਾ। ਆਪਾਂ ਕਦੀ ਉਸ ਸਮੇਂ ਦੀ ਯੂਜ਼ ਵਾਸਤੇ, ਉਸ ਸਮੇਂ ਨੂੰ ਸਹੀ ਢੰਗ ਨਾਲ ਵਰਤਣ ਵਾਸਤੇ, ਕਿਉਂਕਿ ਸਾਡੇ ਕੋਲ ਜੇ ਗੱਲ ਕਰੀਏ ਤਾਂ ਜੂਨ ਦੇ ਵਿੱਚ ਆਪਾਂ ਝੋਨੇ ਦੀ ਬਿਜਾਈ ਕਰਨੀ ਹੁੰਦੀ ਹੈ। ਕਣਕ ਦੀ ਵਾਢੀ ਤੋਂ ਬਾਅਦ ਸਾਡੇ ਕੋਲ 2 ਮਹੀਨੇ ਦਾ ਸਮਾਂ ਹੁੰਦਾ। ਉਹ ਸਮੇਂ ਦੌਰਾਨ ਆਪਾਂ ਕੋਈ ਉਪਰਾਲਾ ਕੀਤਾ ਕਿ ਆਪਾਂ ਕੁਝ ਕਰੀਏ? ਕੀਤਾ, ਉਹਦੇ ਵਿੱਚ ਜੰਤਰ ਬੀਜ ਦਿੱਤਾ ਆਪਾਂ, ਉਹਦੇ ਲਈ ਹਰੀ ਖਾਦ ਬਣ ਗਈ, ਉਹ ਵਿੱਚ ਪਾ ਦਿੱਤੀ ਮੁੜ ਕੇ। ਅੱਛਾ, ਹਾਂਜੀ ਮਤਲਬ ਕਿ ਝੋਨੇ ਦੀ ਬਿਜਾਈ ਤੋਂ ਪਹਿਲਾਂ ਹਰੀ ਖਾਦ ਵਜੋਂ ਤੁਸੀਂ ਫਸਲ, ਹਾਂਜੀ ਬਿਲਕੁਲ। ਉਹਦਾ ਕੀ ਫਾਇਦਾ ਹੁੰਦਾ ਤੁਹਾਡੀ ਖੇਤੀ ਨੂੰ? ਉਹਦਾ ਫਿਰ ਆਪਾਂ ਨੂੰ ਥੋੜੀ ਖਾਦ ਵਗੈਰਾ ਘੱਟ ਪਾਉਣੀ ਪੈਂਦੀ ਹੈ, ਆਰਗੈਨਿਕ ਚ ਆ ਜਾਂਦੀ ਹੈ, ਖਾਦ ਘੱਟ ਪਾਉਣੀ ਪੈਂਦੀ ਹੈ, ਤੇ ਅਗਲੀ ਫਸਲ ਜਿਹੜੀ ਉਹ ਵਧੀਆ ਹੋ ਜਾਂਦੀ ਹੈ। ਕੀ ਬਾਤ ਹੈ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਬੜੀਆਂ ਜ਼ਰੂਰੀ ਨੇ ਪਿਆਰੇ ਕਿਸਾਨੀ ਵੀਰੋ, ਕਿ ਜਦੋਂ ਅਸੀਂ ਕਣਕ ਦੀ ਵਾਢੀ ਕਰਨੇ ਆ ਤੇ ਸਾਡੇ ਕੋਲ 1.5-2 ਮਹੀਨੇ ਦਾ ਸਮਾਂ ਅਜਿਹਾ ਹੈਗਾ ਜਿਸ ਦੌਰਾਨ ਅਸੀਂ ਉਸ ਖੇਤ ਦੇ ਵਿੱਚ ਉਹਦੀ ਸ਼ਕਤੀ ਨੂੰ ਵਧਾ ਸਕਦੇ ਹਾਂ। ਉਹਦੀ ਜਿਹੜੀ ਸ਼ਕਤੀ ਹੈ, ਉਹਦੀ ਭੌਂ ਦੀ ਸ਼ਕਤੀ ਹੈ, ਉਹਨੂੰ ਵਾਧਾ ਕੀਤਾ ਜਾ ਸਕਦਾ। ਉਹ ਵਾਧਾ ਆਪਾਂ ਚਾਹੇ ਹਰੀ ਖਾਦ ਕਰ ਲਈਏ ਤੇ ਚਾਹੇ ਮੂੰਗੀ ਦੀ ਕਾਸ਼ਤ ਕਰ ਲਈਏ। ਹਾਂਜੀ, ਮੂੰਗੀ ਦੀ ਕਾਸ਼ਤ ਵੀ ਹੋ ਸਕਦੀ ਹੈ, ਪਰ ਉਹ ਸਾਡੇ ਥੋੜਾ ਜ਼ਮੀਨ ਮੂੰਗੀ ਵਾਲੀ ਨਹੀਂ ਗੀ, ਉਹ ਕੱਲਰ ਬੱਤੀ ਜ਼ਮੀਨ ਆ। ਕੀ ਸਮੱਸਿਆ ਦੱਸਿਆ ਮੂੰਗੀ ਦੀ? ਕੀ ਸਮੱਸਿਆ ਆਉਂਦੀ ਜੀ? ਮੈਂ ਚਾਹੁੰਦਾ ਕਿ ਜਿਹੜਾ ਕਿਸਾਨ ਹੈਗਾ ਆ ਉਹ ਹਰੇਕ ਫਸਲ ਉਗਾ ਸਕਦਾ। ਝੋਨੇ ਨੂੰ ਔਰ ਕਣਕ ਨੂੰ ਛੱਡ ਕੇ ਹਰੇਕ ਫਸਲ ਲਗਾ ਸਕਦਾ। ਕਿਉਂ ਨਹੀਂ ਉਗਾਉਂਦਾ? ਕਿਉਂਕਿ ਉਹਨੂੰ ਉੱਥੇ ਉਹਦਾ ਜਿਹੜਾ ਮੰਡੀਕਰਨ ਨਹੀਂ ਹੈਗਾ। ਮੰਡੀਕਰਨ ਦੀ ਸਮੱਸਿਆ ਸਭ ਤੋਂ ਵੱਡੀ ਹੁੰਦੀ। ਕਣਕ ਤੇ ਝੋਨਾ ਕਿਸਾਨ ਤਾਂ ਹੀ ਬੀਜਦਾ ਕਿ ਉਹਦੇ ਪੇਮੈਂਟ ਉਹਨੂੰ ਮੌਕੇ 'ਤੇ ਲਗਭਗ ਹੋ ਜਾਂਦੀ ਆ, ਥੋੜ੍ਹੇ ਦਿਨਾਂ ਦੇ ਅੰਦਰ ਅੰਦਰ ਹੀ। ਹੁਣ ਗੰਨਾ ਕਿਸਾਨ ਬੀਜ ਰਿਹਾ ਔਰ ਮੇਰੇ ਖਿਆਲ ਸਾਲ ਬਾਅਦ ਪੈਸੇ ਦਿੰਦੇ ਨੇ ਮਿੱਲ ਵਾਲੇ, ਕਿੱਥੋਂ ਖਰਚਾ ਕਰੇਗਾ ਕਿਸਾਨ? ਇਹ ਸਮੱਸਿਆਵਾਂ ਆਉਂਦੀਆਂ। ਲੇਕਿਨ ਕਿਸਾਨ ਜੇ ਕਹੀਏ ਵੀ ਜਾਣ ਕੇ ਝੋਨਾ ਲਾ ਰਿਹਾ, ਪਾਣੀ ਦਾ ਲੈਵਲ ਥੱਲੇ ਜਾ ਰਿਹਾ, ਕਿਸਾਨ ਨੂੰ ਵੀ ਪਤਾ ਕਿ ਲੈਵਲ ਥੱਲੇ ਜਾ ਰਿਹਾ, ਲੇਕਿਨ ਉਹਦੀ ਇੱਕ ਮਜਬੂਰੀ ਆ, ਉਹ ਤਾਂ ਝੋਨਾ ਲਾ ਰਿਹਾ, ਉਹਨੂੰ ਖਪਦਾ ਪਿਆ, ਕਿੰਨਾ ਡੀਜ਼ਲ ਫੂਕਦਾ, ਉਹ ਬਿਜਲੀ ਵੀ ਨਹੀਂ ਉਸ ਟਾਈਮ ਦੇ ਵਿੱਚ ਆਉਂਦੀ ਹੈ ਨਾ। ਇੱਕ ਮਜਬੂਰੀ ਹੁੰਦੀ ਆ ਕਿਸਾਨ ਦੀ ਕਿ ਉਹ ਝੋਨੇ ਨੂੰ ਤਾਂ ਉਗਾਉਂਦਾ, ਅਦਰਵਾਈਜ਼ ਉਹ ਝੋਨਾ ਨਹੀਂ ਲਾਊਗਾ। ਜੇ ਦਾਲਾਂ ਦੀਆਂ ਕਾਸ਼ਤਾਂ ਕਰਨ ਦੀ, ਮੰਡੀਕਰਨ ਦੀ ਸਮੱਸਿਆ ਹੱਲ ਹੋ ਜਾਵੇ ਕਿਸੇ ਤਰ੍ਹਾਂ, ਤੇ ਉਹ ਕਿਸਾਨ ਉਹੋ ਹੀ ਫਸਲਾਂ ਬੀਜ ਸਕਦਾ। ਔਰ ਸਾਡੀ ਜਿਹੜੀ ਜ਼ਮੀਨ ਹੈ ਇੱਥੇ ਦੀ ਹਰੇਕ ਫਸਲ ਲਈ ਅਨੁਕੂਲ ਹੈਗੀ ਆ। ਔਰ ਸ਼ੱਕ ਵਾਲੀ ਗੱਲ ਨਹੀਂ ਕਿ ਸਾਡੇ ਕਿਸਾਨ ਬੜੇ ਅਗਾਂਹ ਵਧੂ ਕਿਸਾਨ ਨੇ। ਔਰ ਇਹ ਜਿਹੜੀ ਸੋਚ ਹੈ ਮੰਡੀਕਾਰੀ 'ਚ, ਉਹ ਹਾਲਾਤ ਨਹੀਂ ਬੰਦੇ ਜੋ ਝੋਨੇ ਤੇ ਕਣਕ ਦੇ ਬੰਦੇ ਨੇ। ਇਹਦੇ ਵਿੱਚ ਵੀ ਮੇਰੇ ਹਿਸਾਬ ਨਾਲ ਕੁਝ ਸੁਧਾਰ ਦੀ ਜ਼ਰੂਰਤ ਹੈਗੀ। ਇਹ ਸੋਚ ਸਹੀ ਦਿਸ਼ਾ ਵੱਲ ਨਹੀਂ ਜਾ ਰਹੀ। ਜੇ ਅਸੀਂ ਗੱਲ ਕਰੀਏ ਤੇ ਸਾਡੇ ਕੋਲ ਤੁਹਾਡੇ ਇਲਾਕੇ 'ਚ ਹੀ ਕਈ ਅਜਿਹੇ ਕਿਸਾਨ ਹੋਣਗੇ ਜਿਹੜੇ ਖਪਤਕਾਰ ਨੂੰ ਸਿੱਧੀ ਸਮਾਨ ਵੇਚਦੇ ਆ, ਚੰਗੇ ਪੈਸੇ ਕਮਾਉਂਦੇ ਆ। ਸੋ ਕਹਿਣ ਤੋਂ ਭਾਵ ਹੈ ਕਿ ਮੰਡੀਕਾਰੀ ਦੀ ਜਿਹੜੀ ਸਮੱਸਿਆ ਹੈ ਇਹਦਾ ਹੱਲ ਸਾਨੂੰ ਖੁਦ ਹੀ ਲੱਭਣਾ ਪਊ। ਸਰਕਾਰ ਦੀ ਜ਼ਰੂਰ ਇਹਦੇ 'ਚ ਦਖਲਅੰਦਾਜ਼ੀ ਹੋਣੀ ਚਾਹੀਦੀ ਹੈ, 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸਰਕਾਰ ਨੂੰ ਭਾਅ ਜਿਹੜੇ ਨੇ ਸਾਰੀਆਂ ਫਸਲਾਂ ਨੂੰ ਦੇਣੇ ਚਾਹੀਦੇ ਨੇ, ਲੇਕਿਨ ਇਹਦੇ 'ਚ ਆਪਾਂ ਜੇ ਕੋਸ਼ਿਸ਼ ਕਰੀਏ ਤੇ ਜੇ ਮੂੰਗੀ ਮਾਹ ਦੀ ਗੱਲ ਕਰ ਲਈਏ ਤਾਂ ਮੇਰੇ ਖਿਆਲ ਕੋਈ ਘਰ ਐਸਾ ਨਹੀਂ ਜਿੱਥੇ ਦਾਲ ਨਹੀਂ ਬਣਦੀ। ਬਿਲਕੁਲ ਦੇਖੋ ਸਾਡੇ ਗੁਰਦੁਆਰੇ ਸਾਹਿਬਾਂ 'ਚ ਇਹ ਲੰਗਰ ਵਿੱਚ ਦਾਲ ਬਣਦੀ ਏ, ਵਿਆਹਾਂ ਸ਼ਾਦੀਆਂ 'ਚ ਵੀ ਦਾਲ ਬਣਦੀ ਏ। ਸੋ ਮੰਗ 'ਚ ਕਮੀ ਨਹੀਂ ਹੈ, ਸਿਰਫ ਮੰਡੀਕਾਰੀ ਦੇ ਢੰਗ 'ਚ ਕਮੀ ਹੈ। ਜੇ ਮੰਡੀਕਾਰੀ ਸੀ ਖੁਦ ਸਾਂਭ ਲਈਏ ਕੰਮ, ਤੇ ਬੜੇ ਕਿਸਾਨਾਂ ਨੇ ਕੀਤਾ ਵੀ ਹੈਗਾ, ਐਸੀ ਗੱਲ ਨਹੀਂ। ਮੈਡਮ ਤੁਹਾਡੇ ਕਈ ਕਿਸਾਨ ਅਜੇ ਹੋਣਗੇ ਤੁਹਾਡੇ ਬਲਾਕ 'ਚ ਜਿਹੜੇ ਖੁਦ ਮੰਡੀਕਾਰੀ ਵੀ ਕਰਦੇ ਹੋਣਗੇ? ਹਾਂਜੀ, ਸਾਡੇ ਬਲਾਕ ਦੇ ਵਿੱਚ ਅਸੀਂ ਇੱਕ ਤਾਂ ਭੰਗੂ ਫਾਰਮ ਵਾਲੇ ਹੈਗੇ ਆ ਜਿਨ੍ਹਾਂ ਨੇ ਆਰਗੈਨਿਕ ਖੇਤੀ ਕੀਤੀ ਹੈਗੀ ਆ, ਤੇ ਗੁੜਦਾਸ਼ ਤੇ ਦਾਲਾਂ ਦਾ ਵੀ ਹੈਗਾ ਉਹਨਾਂ ਦਾ ਕੰਮ। ਸੋ ਸਿੱਧੀ ਮੰਡੀਕਾਰੀ ਕਰ ਰਹੇ ਕਿਸਾਨ ਕਰ ਰਹੇ ਹੈਗੇ, ਕਾਮਯਾਬੀ ਨਾਲ ਕਰ ਰਹੇ ਆ। ਉੱਪਰੋਂ ਇੱਕ ਗੁੜ ਵਾਲੇ ਵੀ ਹੈਗੇ ਫਾਰਮਰ, ਇੱਕ ਆਰਗੈਨਿਕ ਖੇਤੀ ਹੋਰ ਕਰਦੇ ਹੈਗੇ ਸਬਜ਼ੀਆਂ ਦੀ। ਤਜਿੰਦਰ ਸਿੰਘ ਹੈਗੇ ਆ, ਉਹ ਡੱਲਾ ਪਿੰਡ ਦੇ, ਉਹਨਾਂ ਨੂੰ ਅਸੀਂ ਪਿਛਲੇ ਹਫਤੇ ਮਿਲੇ ਸੀਗੇ। ਮਤਲਬ ਗੱਲ ਇਹ ਹੈ ਕਿ ਅਸੀਂ ਆਪਣੀ ਸਟ੍ਰੈਟਜੀ ਬਦਲਣੀ ਹੈ। ਸਟ੍ਰੈਟਜੀ ਬਦਲਣ ਦੀ ਲੋੜ ਹੈ। ਦੇਖੋ ਆਪਣੇ ਹੱਥੀਂ ਕਾਰਜ ਸਵਾਰਨ ਵਾਲੀ ਗੱਲ ਹੋ ਜਾਂਦੀ ਹੈ
ਕਿ ਸਰਕਾਰਾਂ ਨੇ ਜੋ ਵੀ ਉਹ ਤਾਂ ਪਾਲਿਸੀਜ਼ ਆਉਂਦੀਆਂ ਉਸ ਹਿਸਾਬ ਨਾਲ ਥੋੜਾ ਅਸੀਂ ਆਪਣੇ ਆਪ ਨੂੰ ਸਵੈ ਮੰਡੀਕਾਰੀ ਵਿੱਚ ਪਾਵਾਂਗੇ ਤਾਂ ਹੀ ਆਪਾਂ ਉਸ ਲੈਵਲ ਤੇ ਪਹੁੰਚ ਪਾਵਾਂਗੇ। ਦਾਲਾਂ ਦੀ ਸਮੱਸਿਆ ਆਉਂਦੀ ਹੈਗੀ ਆ, ਉਹਦੇ ਵਿੱਚ ਸਾਨੂੰ ਦਾਲਾਂ ਜਿਹੜੀਆਂ, ਜੇ ਆਪਾਂ ਇੱਕ ਫਾਰਮਰ ਸੀਗੇ ਉਹਨਾਂ ਨੂੰ ਮੈਂ ਮਿਲੀ ਸੀ, ਉਹਨਾਂ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਦੂਸਰੇ ਬਲਾਕ 'ਚ ਸੀਗੇ, ਬਟ ਪ੍ਰੋਬਲਮ ਆਉਂਦੀ ਆ ਕਿ ਅਸੀਂ ਉਹਦੀ ਪੋਲਿਸ਼ਿੰਗ ਨਹੀਂ ਕਰਾ ਪਾਉਂਦੇ ਆਪਣੇ ਲੈਵਲ ਤੇ। ਜਿੰਨੀਆਂ ਵੀ ਮਾਰਕੀਟ ਵਿੱਚ ਦਾਲਾਂ ਆਉਂਦੀਆਂ ਉਹ ਪੋਲਿਸ਼ ਔਰ ਗ੍ਰੇਡਡ ਹੁੰਦੀਆਂ ਆ, ਉਸ ਗ੍ਰੇਡ ਦੇ ਲੈਵਲ ਦੇ ਹਿਸਾਬ ਨਾਲ ਸਾਡੀ ਦਾਲ ਜਿਹੜੀ ਫਾਰਮਰ ਲਾਉਂਦਾ ਉਹ ਵਿਕਦੀ ਨਹੀਂ ਹੈਗੀ। ਮੈਂ ਤਾਂ ਇਹ ਸੋਚਦੀ ਹਾਂ ਕਿ ਜ਼ਿਲ੍ਹਾ ਲੈਵਲ ਤੇ ਕੁਝ ਇਹੋ ਜਿਹੀ ਮਸ਼ੀਨ ਲੱਗਣੀ ਚਾਹੀਦੀ, ਜ਼ਿਮੀਂਦਾਰ ਉੱਥੇ ਜਾ ਕੇ ਆਪਣੀਆਂ ਦਾਲਾਂ ਸਾਫ਼ ਕਰਵਾ ਕੇ ਤੇ ਤਾਂ ਆਪਣਾ ਜਿਹੜਾ ਪ੍ਰੋਡਕਟ ਹੈ ਸੈਲਫ ਮੰਡੀਕਾਰੀ 'ਚ ਤਾਂ ਵੇਚ ਸਕਦਾ। ਮੈਡਮ ਪ੍ਰਵੀਨ ਜੀ, ਜਦੋਂ ਤੁਸੀਂ ਬਤੌਰ ਖੇਤੀਬਾੜੀ ਅਫਸਰ ਹੋ ਤੇ ਇਸ ਸਕੀਮ ਦੇ ਜ਼ਰੀਏ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤਾਂ ਕਿ ਕਿਸਾਨ ਜਿਹੜੇ ਨੇ ਇੱਥੇ ਸਾਡੇ ਨਾਲ ਵੀ ਜੁੜੇ ਨੇ ਔਰ ਇਸ ਮਾਧਿਅਮ ਰਾਹੀਂ ਵੀ ਕਿਸਾਨ ਜਿਹੜੇ ਜੁੜੇ ਨੇ ਤਾਂ ਕਿ KYC ਦਾ ਕੰਮ ਵੀ ਸਮੇਂ ਸਿਰ ਹੋ ਜਾਵੇ ਤੇ ਨਾਲ ਦੇ ਨਾਲ ਉਹ ਕਿਸਾਨ ਜਿਹੜੇ ਜਿਨ੍ਹਾਂ ਨੂੰ ਪੈਸੇ ਨਹੀਂ ਆਉਂਦੇ ਜਾਂ ਜਿਹੜੇ ਕਿਸਾਨ ਅਜੇ ਜੁੜੇ ਨਹੀਂ ਉਹ ਵੀ ਇਸ ਸਕੀਮ ਦਾ ਲਾਹਾ ਲੈ ਕੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਨਾਲ ਜੁੜ ਕੇ ਕੁਛ ਨਾ ਕੁਛ ਜਿਹੜੇ ਅਮਾਉਂਟ ਜਿਹੜੀ ਉਹਨਾਂ ਦੇ ਖਾਤੇ ਜਾਣੀ ਸ਼ੁਰੂ ਹੋ ਜਾਵੇ। ਦੇਖੋ ਡਾਕਟਰ ਸਾਹਿਬ, ਜਿਸ ਤਰ੍ਹਾਂ ਹੁਣ ਮਤਲਬ ਜੋ ਅੱਜ ਦੀ ਡੇਟ ਦੇ ਵਿੱਚ ਇੰਸਟਰਕਸ਼ਨਸ ਆਈਆਂ KYC ਅਕਾਊਂਟ ਦੀ ਕਰਨੀ ਹੈਗੀ ਆ, ਮੈਂ ਤਾਂ ਇਹੀ ਕਿਸਾਨ ਵੀਰਾਂ ਨੂੰ ਅਪੀਲ ਕਰੂੰਗੀ ਕਿ ਜਿਨ੍ਹਾਂ ਕਿਸਾਨ ਵੀਰਾਂ ਦੇ ਅੱਗੇ ਖਾਤੇ ਹੈਗੇ ਆ ਤੇ ਉਹ ਆਪਣੇ ਆਧਾਰ ਕਾਰਡ ਦੇ ਨਾਲ ਖਾਤੇ ਨੂੰ ਲਿੰਕ ਕਰ ਲੈਣ ਪੋਰਟਲ ਦੇ ਰਾਹੀਂ, ਜੋ ਆਪਾਂ ਨੂੰ ਪੋਰਟਲ ਇੱਥੇ ਸੁਸਾਇਟੀ 'ਚ ਦੇ ਕੇ ਵੀ ਜਾਵਾਂਗੇ ਤੇ ਸਾਈਟ ਉਹਦਾ। ਤੇ ਦੂਸਰੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਨਹੀਂ ਫਾਰਮ ਭਰੇ ਹੈਗੇ ਆ ਉਹ ਆਪਣੇ ਦੁਆਰਾ ਫਾਰਮ ਭਰ ਕੇ, ਤਾਂ ਕਿ ਅਸੀਂ ਆਪਣੇ ਬਲਾਕ ਲੈਵਲ ਤੇ ਜੇ ਕੋਈ ਆਉਂਦਾ ਫਾਰਮ ਤੇ ਆਪਣੇ ਹੈੱਡ ਆਫਿਸ ਨੂੰ ਭੇਜ ਦਈਏ ਤਾਂ ਕਿ ਵੱਧ ਤੋਂ ਵੱਧ ਜਿਹੜੇ ਕਿਸਾਨ ਵੀਰ ਆ ਉਹਨਾਂ ਨੂੰ ਇਸ ਸਕੀਮ ਦਾ ਫਾਇਦਾ ਹੋਣਾ ਚਾਹੀਦਾ ਹੈਗਾ, ਉਹ ਆਪਣੀ ਫਸਲ ਦਾ ਧਿਆਨ ਰੱਖਣ ਤੇ ਜਿਹੜੀ ਵੀ ਆਪਣੀ ਅਗਾਂਹ ਕਣਕ ਦੀ ਆਉਣ ਵਾਲੀ ਫਸਲ ਹੈ ਉਹਦੀ ਕਟਾਈ ਦਾ ਸਮਾਂ ਹੈਗਾ ਆ, ਜਿਵੇਂ ਕਿ ਜਿੱਦਾਂ ਆਮ ਤੌਰ ਤੇ ਗਰਮੀ ਵੀ ਵੱਧ ਗਈ ਹੈ ਤੇ ਜਦੋਂ ਕਣਕ ਪੱਕ ਜਾਂਦੀ ਅੱਗ ਲੱਗਣ ਦੇ ਚਾਂਸਿਸ ਬਹੁਤ ਹੁੰਦੇ ਆ, ਜਿੱਥੇ ਜ਼ਿਆਦਾਤਰ ਟਰਾਂਸਫਾਰਮਰ ਹੁੰਦੇ ਆ ਤੇ ਉੱਥੇ ਤੁਹਾਨੂੰ 7-8 ਫੁੱਟ ਦੀ ਜਗ੍ਹਾ ਛੱਡ ਕੇ ਟਰਾਂਸਫਾਰਮਰ ਦੇ ਆਲੇ ਦੁਆਲੇ ਤੇ ਤਾਂ ਕਿ ਕਟਿੰਗ ਕਰ ਦਿਓ ਕਿ ਕੋਈ ਵੀ ਚੰਗਿਆੜਾ ਵਗੈਰਾ ਡਿੱਗੇ ਤੇ ਕਣਕ ਦਾ ਨੁਕਸਾਨ ਨਾ ਹੋਵੇ ਫਸਲ ਦਾ। ਇਹ ਜ਼ਰੂਰ ਅੱਜ ਕੱਲ੍ਹ ਧਿਆਨ ਦੇਣ ਵਾਲੀ ਗੱਲ ਹੈਗੀ ਆ। ਤੇ ਜਿਸ ਤਰ੍ਹਾਂ ਹੁਣ ਮੌਸਮ ਜ਼ਿਆਦਾ ਵੱਧ ਰਿਹਾ ਹੈਗਾ ਆ ਤੇ ਲੱਗਦਾ ਕਿ ਕਣਕ ਦੀ ਕੰਡੀਸ਼ਨ ਕਿਹੋ ਜਿਹੀ ਆ, ਤੇ ਮੌਸਮ ਨੂੰ ਦੇਖਦੇ ਹੋਏ ਤੁਸੀਂ ਹਲਕਾ ਜਿਹਾ ਪਾਣੀ ਦੇਵੋ ਤਾਂ ਕਿ ਤੁਹਾਡਾ ਜਿਹੜਾ ਕਣਕ ਦਾ ਦਾਣਾ ਉਹ ਸੁੰਗੜੇ ਨਾ, ਸ਼ਰਿੰਕ ਨਾ ਹੋਵੇ, ਤਾਂ ਕਿ ਝਾੜ ਤੇ ਅਸਰ ਨਾ ਪਵੇ। ਬਿਲਕੁਲ ਜੀ, ਤਕਨੀਕੀ ਰੰਗਤ ਦੇਣ ਦੀ ਵੀ ਲੋੜ ਹੈ, ਨਾਲ ਦੇ ਨਾਲ ਹਾਲਾਤ ਨਾਲ ਜੁੜਨ ਦੀ ਵੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਨਾਲ ਵੀ ਜੁੜੋ ਤੇ ਜਿੱਥੇ ਕੋਈ ਕਮੀ ਵੀ ਹੈਗੀ ਏ, ਜਿੱਥੇ ਆਪਾਂ ਅਗਰ ਆਧਾਰ ਨੂੰ ਲਿੰਕ ਨਹੀਂ ਕਰਵਾਇਆ ਉਹ ਵੀ ਆਪਾਂ ਕਰਵਾ ਲਈਏ ਤੇ ਖੇਤੀ ਤਕਨੀਕ ਨਾਲ ਜੁੜ ਕੇ ਖੇਤੀ ਨੂੰ ਨਵੀਂ ਰੰਗਤ ਦਈਏ। ਸੋ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਪ੍ਰਵੀਨ ਕੁਮਾਰੀ ਦਾ ਔਰ ਸਾਡੇ ਇਹਨਾਂ ਕਿਸਾਨ ਵੀਰਾਂ ਦਾ, ਬਹੁਤ ਬਹੁਤ ਮਿਹਰਬਾਨੀ ਜੀ।